ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਰਿਪੋਰਟ 'ਚ ਆਪਾਂ ਗੱਲ ਕਰਾਂਗੇ ਬੰਦੀ ਸਿੰਘਾਂ ਦਾ ਮੁੱਦਾ ਤੇ ਉਹਦੇ ਉੱਤੇ ਅਕਾਲੀ ਦਲਾਂ ਦੀ ਹੁੰਦੀ ਹੋਈ ਸੌੜੀ ਸਿਆਸਤ, ਜਿਹਦੇ ਵਿੱਚ ਅਕਾਲੀ ਦਲ ਜਿਹੜੇ ਸਿਰਫ ਔਰ ਸਿਰਫ ਪੰਥਕ ਵੋਟ ਬੈਂਕ ਨੂੰ ਹਥਿਆਉਣ ਦੇ ਲਈ ਬੰਦੀ ਸਿੰਘਾਂ ਦੇ ਮੁੱਦੇ ਨੂੰ ਵਰਤ ਰਹੇ ਨੇ, ਇੰਝ ਹੀ ਲੱਗਦਾ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਇੱਥੇ ਕੁਝ ਸਵਾਲਾਂ ਨਾਲ ਕਰਾਂਗੀ, ਕਿਉਂਕਿ ਬੰਦੀ ਸਿੰਘਾਂ ਦਾ ਜਿਹੜਾ ਇਟਸੈਲਫ ਮੁੱਦਾ ਹੈ, ਇਹਦੇ ਉੱਤੇ ਬਹੁਤ ਸਵਾਲ ਨੇ। ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਬੰਦੀ ਸਿੰਘ ਅਸਲ ਦੇ ਵਿੱਚ ਹੈ ਕੌਣ। ਇਹਨੂੰ ਪਰਿਭਾਸ਼ਿਤ ਤੱਕ ਨਹੀਂ ਕੀਤਾ ਗਿਆ ਅਕਾਲੀ ਦਲਾਂ ਵੱਲੋਂ, ਐਸਜੀਪੀਸੀ ਵੱਲੋਂ ਔਰ ਅਕਾਲ ਤਖਤ ਵੱਲੋਂ। ਐਸਜੀਪੀਸੀ ਔਰ ਅਕਾਲ ਤਖਤ ਨੂੰ ਮੈਂ ਵਿੱਚ ਤਾਂ ਲੈ ਕੇ ਆ ਰਹੀ ਕਿਉਂਕਿ ਉਹਨਾਂ ਵੱਲੋਂ ਵੀ ਐਫਰਟਸ ਜਿਹੜੀਆਂ ਆ ਇਹਦੇ ਵਿੱਚ ਉਹਨਾਂ ਦੇ ਕੁਝ ਸਟੇਟਮੈਂਟਸ, ਕੁਝ ਐਕਸ਼ਨ ਜਿਹੜੇ ਆ ਇਸ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਉਹਨਾਂ ਦੇ ਵੀ ਆਏ ਨੇ, ਪਰ ਕਿਤੇ ਵੀ ਬੰਦੀ ਸਿੰਘ ਕੌਣ ਨੇ ਇਹਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ। 80ਵੀਂ ਔਰ 90ਵੀਂ ਦੇ ਦਹਾਕੇ ਦੇ ਵਿੱਚ ਜੋ ਸਿੱਖ ਸਟਰਗਲ ਚੱਲਿਆ, ਉਹਦੇ ਵਿੱਚ ਇੱਕ ਹਥਿਆਰਬੰਦ ਜਿਹੜਾ ਸਿੱਖ ਸਟਰਗਲ ਸੀਗਾ, ਉਹਦੇ ਵਿੱਚ ਵਾਇਲੈਂਟ ਘਟਨਾਵਾਂ ਸੀ ਜਿਹਦੇ ਵਿੱਚ ਕੁਝ ਲੋਕਾਂ ਦੀ ਜਾਨ ਜਾਂਦੀ ਹੈ। ਉਹਦੀ ਪ੍ਰੋਪਰ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਟਰਾਇਲ ਚੱਲੇ ਨੇ, ਕਾਨੂੰਨੀ ਪ੍ਰਕਿਰਿਆ ਦੇ ਥਰੂ ਸਜ਼ਾ ਹੋਈ ਹੈ, ਜੇਲ੍ਹਾਂ ਦੇ ਵਿੱਚ ਬੰਦ ਨੇ, 30 31 ਸਾਲਾਂ ਤੋਂ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ। ਉਹਨਾਂ ਦੀਆਂ ਸਜ਼ਾਵਾਂ ਨੂੰ ਹਿਊਮੈਨੀਟੇਰੀਅਨ ਗਰਾਊਂਡ ਤੇ ਵੀ ਖਤਮ ਕਰਨਾ ਬਣਦਾ ਭਾਰਤ ਸਟੇਟ ਵੱਲੋਂ, ਪਰ ਇਹਦੇ ਵਿੱਚ ਕਈ ਉਹ ਵੀ ਨਾਮ ਜੋੜ ਦਿੱਤੇ ਜਾਂਦੇ ਨੇ ਜਿਹੜੀਆਂ ਕਿ ਸਿਰਫ 2018-19 ਦੀਆਂ ਘਟਨਾਵਾਂ ਆ, ਉਹਨਾਂ ਨੂੰ ਵੀ ਇਹਦੇ ਵਿੱਚ ਬੰਦੀ ਸਿੰਘ ਬਣਾ ਦਿੱਤਾ ਜਾਂਦਾ। ਸੋ ਪਹਿਲਾ ਸਵਾਲ ਇੱਥੇ ਇਹੀ ਹੈ ਜੋ ਅਕਾਲੀ ਦਲ ਐਡਰੈਸ ਨਹੀਂ ਕਰ ਰਹੇ, ਜੋ ਪੰਥਕ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਐਡਰੈਸ ਨਹੀਂ ਕਰ ਰਹੀਆਂ ਕਿ ਬੰਦੀ ਸਿੰਘ ਹੈ ਕੌਣ ਨੇ। ਦੂਸਰਾ ਸਵਾਲ ਇੱਥੇ ਹੈ ਕਿ ਬੰਦੀ ਸਿੰਘ ਹੈ ਕਿੰਨੇ ਨੇ। ਇਹਦੇ ਉੱਤੇ ਵੀ ਕੋਈ ਕਲੈਰਿਟੀ ਆਮ ਲੋਕਾਂ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ, ਜਾਂ ਪੰਜਾਬ ਤੋਂ ਬਿਯੋਂਡ ਦੇ ਸਪੈਕਟਰਮ 'ਚ ਅਗਰ ਆਪਾਂ ਦੇਖੀਏ ਕਿ ਉਹ ਲੋਕ ਜਿਹੜੇ ਹਿਊਮਨ ਰਾਈਟਸ ਦੀ ਐਡਵੋਕੇਸੀ ਕਰਦੇ ਨੇ, ਉਹਨਾਂ ਨੂੰ ਵੀ ਨਹੀਂ ਕਲੀਅਰ ਕਰ ਪਾ ਰਹੀਆਂ ਹੈਗੀਆਂ ਅਕਾਲੀ ਦਲ ਦੀਆਂ ਸਰਕਾਰਾਂ, ਅਕਾਲੀ ਦਲ ਦੀਆਂ ਪਾਰਟੀਆਂ ਜਿਹੜੀਆਂ ਨੇ, ਕਿ ਕਿਹੜੇ ਬੰਦੀ ਸਿੰਘ ਨੇ ਔਰ ਕਿੰਨੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੇ ਲਈ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਦੋਂ ਜ਼ਰੂਰਤ ਪੈਂਦੀ ਹੈ ਉਦੋਂ ਹੀ ਇਸ ਮੁੱਦੇ ਨੂੰ ਚੱਕ ਲਿਆ ਜਾਂਦਾ ਹੈ। ਨਾਮ ਤੱਕ ਦੀ ਕਲੈਰਿਟੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਢੀਂਡਸਾ ਸਾਹਿਬ ਦਾ, ਉਹ 20 ਕੈਦੀਆਂ ਦੀ ਲਿਸਟ ਆਪਣੀ ਸੈਂਟਰ ਨੂੰ ਸੌਂਪਦਾ ਹੈ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਵਾਲਾ, ਉਹ 50 ਕੈਦੀ ਤੱਕ ਵੀ ਦੱਸੀ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਸਿਮਰਨਜੀਤ ਸਿੰਘ ਮਾਨ ਵਾਲਾ, ਉਹਨਾਂ ਦੀ ਤਾਂ ਕੋਈ ਲਿਸਟ ਜਾਂ ਕੋਈ ਵੀ ਉਹਨਾਂ ਵੱਲੋਂ ਹਜੇ ਤੱਕ ਨਹੀਂ ਪ੍ਰੋਵਾਈਡਡ ਕਿ ਕਿੰਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਗੱਲ ਕਰਦੇ ਨੇ। ਇਹਦੇ ਵਿੱਚ ਕਿਤੇ ਵੀ ਸਪਸ਼ਟ ਨਹੀਂ ਹੈ ਕਿ 1980-90 ਵਾਲੇ ਹੀ ਬੰਦੀ ਸਿੰਘ ਨੇ ਕਿ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਘਟਨਾਵਾਂ ਹੋਈਆਂ ਲੇਟਲੀ, ਉਹਨਾਂ ਨੂੰ ਵੀ ਇਹ ਉਸੇ ਹੀ ਸਿੰਘਾਂ ਦੀ ਗਿਣਤੀ ਦੇ ਵਿੱਚ ਲੈਂਦੇ ਨੇ ਜਿਹੜੇ ਸਿੱਖ ਸਟਰਗਲ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਹਿਊਮੈਨੀਟੇਰੀਅਨ ਗਰਾਊਂਡਸ 'ਤੇ ਖਤਮ ਹੋਣੀਆਂ, ਰੱਦ ਹੋਣੀਆਂ ਬਣਦੀਆਂ ਨੇ। ਨਾਲ ਹੀ ਅਕਾਲੀ ਦਲ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਦੀ ਸਿਰਮੌਰ ਲਾਈਕ ਪੋਲੀਟੀਕਲ ਪਾਰਟੀ ਮੰਨੀ ਜਾਂਦੀ ਹੈ, ਔਰ ਅਕਾਲੀ ਦਲ ਵੀ ਇਸ ਸਮੇਂ ਆਪਣੇ ਕੋਲ ਦੋ ਜਿਹੜੀਆਂ ਸਪਸ਼ਟ ਤੌਰ ਤੇ ਨਜ਼ਰ ਆ ਰਹੀਆਂ ਨੇ, ਦੋ ਦੀ ਬਜਾਏ ਤਿੰਨ ਨੇ। ਇੱਕ ਅਕਾਲੀ ਦਲ ਹੋ ਗਿਆ ਸੰਯੁਕਤ, ਜਿਹੜਾ ਢੀਂਡਸਾ ਗਰੁੱਪ ਜਿਹੜਾ ਬੀਜੇਪੀ 'ਚ ਸ਼ਾਮਿਲ ਹੋ ਗਿਆ ਸੀ। ਇੱਕ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਲੈਡ ਕਰ ਰਹੇ ਨੇ, ਔਰ ਇੱਕ ਹੈਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿਮਰਨਜੀਤ ਸਿੰਘ ਮਾਨ ਲੈਡ ਕਰ ਰਹੇ ਨੇ। ਹੁਣ ਅਗਰ ਆਪਾਂ ਪਿਛਲੇ 3 ਮਹੀਨੇ ਦੇ ਘਟਨਾਕ੍ਰਮ ਦੇਖੀਏ ਤਾਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਜੀਪੀਸੀ ਦੀ ਅਗਵਾਈ ਦੇ ਹੇਠ ਇਹ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਕਮੇਟੀ ਬਣਾਈ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਪਰ ਉਸ ਕਮੇਟੀ ਦਾ ਵੀ ਅੱਗੇ ਕੀ ਬਣਿਆ ਉਹਦੀ ਵੀ ਕੋਈ ਕਲੈਰਿਟੀ ਸਿੱਖਾਂ ਨੂੰ, ਸੰਗਤਾਂ ਨੂੰ, ਪੰਥਕ ਲੋਕਾਂ ਨੂੰ, ਆਮ ਨਾਗਰਿਕਾਂ ਨੂੰ ਨਹੀਂ ਦਿੱਤੀ ਗਈ। ਔਰ ਸਿਰਫ ਇਹ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਆ, ਇਹਨੂੰ ਸਿਰਫ ਜਿਹੜੀ ਵੀ ਅਕਾਲੀ ਪਾਰਟੀ ਹੈਗੀ ਆ ਆਪਣੇ ਪੰਥਕ ਵੋਟ ਬੈਂਕ ਹਥਿਆਉਣ ਲਈ ਹੀ ਵਰਤ ਰਹੀ ਆ ਇਸ ਸਮੇਂ ਤੇ। ਇੱਥੇ ਅਸਲ ਦੇ ਵਿੱਚ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਜੋ ਲੀਗੈਲਿਟੀ ਹੈ, ਜੋ ਲੀਗਲ ਬੈਕਗ੍ਰਾਉਂਡ ਆ, ਲੀਗਲ ਸਪੋਰਟ ਆ, ਉਹਦੀ ਕੋਈ ਖਾਸ ਰੈਪਰੈਜ਼ੈਂਟੇਸ਼ਨ ਅਕਾਲੀ ਜਿਹੜੇ ਇਹ ਸੰਘਰਸ਼ ਕਰਦੇ ਨੇ, ਧਰਨੇ ਲਾ ਰਹੇ ਨੇ ਬੰਦੀ ਸਿੰਘਾਂ ਦੇ ਨਾਮ ਤੇ ਜੰਤਰ ਮੰਤਰ ਤੇ ਜਾ ਕੇ, ਜਿੱਦਾਂ ਦੇ ਵੀ ਆਪਣੇ ਉਹ ਇੱਕ ਗਿਮਿਕਸ ਖੇਡ ਰਹੇ ਆ ਜਸਟ ਟੂ ਗੈਟ ਦਾ ਅਟੈਂਸ਼ਨ ਆਫ ਪੰਥਕ ਵੋਟਰਸ, ਉਹਦੇ ਵਿੱਚ ਕਿਤੇ ਵੀ ਉਹ ਲੀਗੈਲਿਟੀ ਜਾਂ ਜਿਹੜੀ ਲੀਗਲ ਬੈਕਗ੍ਰਾਉਂਡ ਜਾਂ ਲੀਗਲ ਸਪੋਰਟ ਸਿਸਟਮ ਆ ਉਹ ਕਿਤੇ ਨਜ਼ਰ ਨਹੀਂ ਆਉਂਦਾ। ਕਿਤੇ ਵੀ ਭਾਰਤ ਦੀ ਕਾਨੂੰਨ ਪ੍ਰਣਾਲੀ ਦੇ ਤਹਿਤ ਕਿਤੇ ਐਦਾਂ ਦੀ ਕੋਈ ਗੱਲ ਅਕਾਲੀ ਦਲ ਨਹੀਂ ਦੱਸਦਾ ਹੈਗਾ ਜਿਹਦੇ ਵਿੱਚ ਇਹ ਤੱਥ ਸਾਹਮਣੇ ਆ ਸਕਣ ਕਿ ਅਗਲਾ ਕਦਮ ਬੰਦੀ ਸਿੰਘਾਂ ਦੀ ਰਿਹਾਈ ਲਈ ਕੀ ਚੱਕਣਾ ਹੈ। ਯੈਸ, ਬੰਦੀ ਸਿੰਘਾਂ ਦੀ ਰਿਹਾਈ ਇੱਕ ਪੋਲੀਟੀਕਲ ਮੈਟਰ ਬਣ ਚੁੱਕਾ। ਹੁਣ ਪੋਲੀਟਿਕਸ ਦੇ ਹੱਥ ਦੇ ਵਿੱਚ ਆ ਕਿ ਉਹਨਾਂ ਨੂੰ ਰਿਹਾ ਕਰਨਾ ਹੈ, ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੋਲੀਟੀਕਲ ਅਪਰੋਚ ਵੀ ਨਹੀਂ ਕੀਤੀ ਜਾ ਰਹੀ। ਜਿਵੇਂ ਕਈ ਬੰਦੀ ਸਿੰਘ ਨੇ ਜਿਹੜੇ ਕਰਨਾਟਕਾ, ਯੂਪੀ ਦੇ ਵਿੱਚ ਵੀ ਨੇ, ਦਿੱਲੀ ਦੇ ਵਿੱਚ ਵੀ ਨੇ। ਅਕਾਲੀ ਦਲ ਵੱਲੋਂ ਜੰਤਰ ਮੰਤਰ ਤੇ ਧਰਨੇ ਜਾਂ ਹੋਰ ਜਿਹੜੇ ਇੱਕ ਸਿੰਬੋਲਿਕ ਪ੍ਰੋਟੈਸਟ ਉਹ ਕੀਤੇ ਜਾ ਰਹੇ ਨੇ, ਪਰ ਉਹ ਕਰਨਾਟਕਾ ਦੀ ਸਰਕਾਰ ਨੂੰ ਅਪਰੋਚ ਕਰਨਾ ਜਾਂ ਯੂਪੀ ਦੀ ਸਰਕਾਰ ਨੂੰ ਅਪਰੋਚ ਕਰਨਾ ਜਾਂ ਦਿੱਲੀ ਸਰਕਾਰ ਕੇਜਰੀਵਾਲ ਨੂੰ ਅਪਰੋਚ ਕਰਨਾ, ਉੱਥੋਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ। ਸਿਰਫ ਸਿੱਖ ਸੰਗਤਾਂ ਨੂੰ, ਸਿੱਖ ਲੋਕਾਂ ਨੂੰ ਇੱਕ ਪ੍ਰਭਾਵਿਤ ਕਰਨ ਦੇ ਲਈ, ਕਿਉਂਕਿ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਹੈ ਉਹ ਲੋਕਾਂ ਦੇ, ਪੰਜਾਬ ਦੇ ਖਾਸ ਤੌਰ ਤੇ ਲੋਕਾਂ ਦੇ ਨਾਲ ਇੱਕ ਬਹੁਤ ਇਮੋਸ਼ਨਲੀ ਕਨੈਕਟ ਕਰਦਾ ਹੈ। ਸਿਰਫ ਉਸ ਇਮੋਸ਼ਨਸ ਨੂੰ
ਐਕਸਪਲੋਇਟ ਕਰਨ ਦੇ ਲਈ, ਉਸ ਇਮੋਸ਼ਨਸ ਨੂੰ ਜਗਾ ਕੇ ਉਹਨਾਂ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ਾਂ ਨੇ ਇੱਥੇ, ਚਾਹੇ ਅਕਾਲੀ ਦਲ ਢੀਂਡਸਾ ਹੋਵੇ, ਚਾਹੇ ਅਕਾਲੀ ਦਲ ਬਾਦਲ ਹੋਵੇ, ਔਰ ਚਾਹੇ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਹੋਵੇ। ਆਮ ਲੋਕ ਮਨਾਂ ਦੇ ਵਿੱਚ ਜਿਹੜਾ ਸਵਾਲ ਖੜਾ ਬੰਦੀ ਸਿੰਘਾਂ ਦੇ ਮੁੱਦੇ ਤੇ ਉਹ ਇਹ ਵੀ ਹੈਗਾ ਕਿ ਅਕਾਲੀ ਦਲ ਵਰਸਸ ਅਕਾਲੀ ਦਲ ਹੋ ਰਹੀ ਹੈ, ਜਿਹਦੇ ਵਿੱਚ ਬੰਦੀ ਸਿੰਘਾਂ ਨੂੰ ਇਟਸੈਲਫ ਵਿਕਟਿਮ ਬਣਾਇਆ ਜਾ ਰਿਹਾ। ਇੱਕ ਅਕਾਲੀ ਦਲ ਹੈ ਉਹ ਆਪਣਾ ਅਲੱਗ ਧਰਨਾ ਲਾ ਰਿਹਾ, ਔਰ ਇੱਕ ਅਕਾਲੀ ਦਲ ਹੈ ਉਹ ਆਪਣਾ ਰੋਸ ਪ੍ਰਦਰਸ਼ਨ ਕਰਨ ਨੂੰ ਤੁਰਿਆ ਹੋਇਆ। ਜਿਹੜੀ ਇਹ ਚੀਜ਼ ਹੈ, ਇਹਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੀ ਜਿਹੜੀ ਇੱਕ ਉਹਨਾਂ ਨਾਲ ਜਿਹੜੀ ਲੋਕਾਂ ਦੀਆਂ ਇਮੋਸ਼ਨੈਲਿਟੀ ਜੁੜੀ ਹੋਈ ਆ, ਇੱਕ ਉਹਨਾਂ ਨਾਲ ਸਿੰਪਥੀ ਵੀ ਹੈਗੀ ਆ, ਔਰ ਇੱਕ ਉਹਨਾਂ ਦੀ ਰਿਸਪੈਕਟ ਆ, ਉਹਦੇ ਤੇ ਅਸਰ ਪੈ ਸਕਦਾ। ਅਕਾਲੀ ਦਲ ਵਰਸਸ ਅਕਾਲੀ ਦਲ ਦੇ ਪਿੱਛੇ ਦੋਨਾਂ ਦਾ ਸਿਰਫ ਇੱਕ ਵੋਟ ਬੈਂਕ ਦਾ ਹੀ ਪੁਆਇੰਟ ਉਹਨਾਂ ਦੇ ਦਿਮਾਗਾਂ ਦੇ ਇੱਕ ਪਿੱਛੇ ਚੱਲ ਰਿਹਾ, ਜਿਹਦੇ ਕਰਕੇ ਉਹਨਾਂ ਨੇ ਇਹ ਜਿਹੜੇ ਸੰਘਰਸ਼ ਸ਼ੁਰੂ ਕੀਤੇ ਹੋਏ। ਅਦਰਵਾਈਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਪਹਿਲਾਂ ਵੀ ਸੱਤਾ ਦੇ ਵਿੱਚ ਬਹੁਤ ਸਾਲ ਰਿਹਾ, 2007 ਤੋਂ 17 ਤੱਕ ਰਿਹਾ, ਉਦੋਂ ਤੱਕ ਇਹੋ ਜਿਹੀਆਂ ਕੋਈ ਵੀ ਗੱਲਾਂ ਉਹਨਾਂ ਵੱਲੋਂ ਨਹੀਂ ਕੀਤੀਆਂ ਗਈਆਂ। ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ, ਉਹਨਾਂ ਵੱਲੋਂ ਵੀ ਕੋਈ ਖਾਸ ਐਫਰਟ ਜਿਹੜੇ ਆ, ਚਾਹੇ ਸੱਤਾ ਤੋਂ ਬਾਹਰ ਹੀ ਸੀਗੇ ਉਹ, ਤਾਂ ਵੀ ਐਫਰਟਸ ਤਾਂ ਇਹੀ ਰੋਸ ਪ੍ਰਦਰਸ਼ਨ, ਇਹ ਧਰਨੇ ਉਸ ਸਮੇਂ ਵੀ ਕਰ ਸਕਦੇ ਸੀ, ਬਟ ਉੱਥੇ ਇੱਦਾਂ ਦੀਆਂ ਕੋਈ ਇਵੈਂਟਸ, ਕੋਈ ਵੀ ਇੱਦਾਂ ਦੇ ਸਿੰਬੋਲਿਕ ਪ੍ਰੋਟੈਸਟ ਵੀ ਨਹੀਂ ਕੀਤੇ ਗਏ। ਸੋ ਇੱਥੇ ਅਕਾਲੀ ਵਰਸਸ ਅਕਾਲੀ ਚੱਲ ਰਿਹਾ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਜਿਹੜੀ ਇਮੇਜ ਹੈ, ਜਿਹੜੀ ਉਹਨਾਂ ਦੀ ਰਿਸਪੈਕਟ ਆ ਆਮ ਲੋਕਾਂ ਦੇ ਵਿੱਚ, ਉਹਦੇ 'ਚ ਵੀ ਫਰਕ ਪੈ ਰਿਹਾ, ਕਿਉਂਕਿ ਬੰਦੀ ਸਿੰਘਾਂ ਦਾ ਵੀ ਇੱਥੇ ਇੱਕ ਪਾੜਾ ਨਜ਼ਰ ਆਉਂਦਾ। ਉਹ ਪਾੜਾ ਇਹ ਨਜ਼ਰ ਆਉਂਦਾ ਹੈ ਕਿ ਭਾਈ ਰਾਜੋਆਣਾ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਭਾਈ ਰਾਜੋਆਣਾ ਜੀ ਦੀ ਜਿਹੜੀ ਸਿਸਟਰ ਹੈ, ਧਰਮੀ ਭੈਣ ਆ, ਉਹਨਾਂ ਦੀ ਭੈਣ ਕਮਲਦੀਪ ਕੌਰ ਨੂੰ ਆਪਣਾ ਕੈਂਡੀਡੇਟ ਬਣਾਇਆ ਸੀ। ਔਰ ਭੈਣ ਕਮਲਦੀਪ ਕੌਰ ਦਾ ਇਹ ਕਹਿਣਾ ਸੀ ਕਿ ਅਗਰ ਦਿੱਲੀ ਦੀ ਸਰਕਾਰ ਹੁਣ ਅਨਾਉਂਸ ਕਰ ਦਿੰਦੀ ਆ ਕਿ ਜਿਹੜੇ ਸਿੱਖ ਬੰਦੀ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ, ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਨਾਮਜ਼ਦਗੀ ਜਿਹੜੀ ਵਾਪਸ ਲੈ ਲਾਂਗੀ, ਮੈਂ ਇਲੈਕਸ਼ਨ ਕੰਟੈਸਟ ਨਹੀਂ ਕਰਾਂਗੀ। ਸੋ ਇੱਕ ਤਰ੍ਹਾਂ ਭੈਣ ਕਮਲਦੀਪ ਕੌਰ ਦੀ ਇੱਕ ਨੀਅਤ ਕਲੀਅਰ ਸੀ ਕਿ ਉਹ ਬੰਦੀ ਸਿੰਘਾਂ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਸੀ, ਪਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਬਿਲਕੁਲ ਵਿਰੋਧ ਸੀ। ਨਾਲ ਹੀ ਜਿਹੜੇ ਬਾਕੀ ਦੇ ਬੰਦੀ ਸਿੰਘ ਨੇ, ਕਿਉਂਕਿ ਭਾਈ ਰਾਜੋਆਣਾ ਦੀ ਸਪੋਰਟ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜੀ ਉਹ ਪੱਤਰ ਲਿਖ ਕੇ ਵੀ ਉਹਨਾਂ ਦੀ ਸਾਹਮਣੇ ਆਉਂਦੀ ਹੈ, ਪਰ ਬਾਕੀ ਦੇ ਬੰਦੀ ਸਿੰਘਾਂ ਦੀ ਜਿਹੜੀ ਸਪੋਰਟ ਕਿਹਦੇ ਨਾਲ ਹੈ, ਉਹ ਕਿਤੇ ਵੀ ਕਲੈਰਿਟੀ ਆਮ ਲੋਕ ਮਨਾਂ ਦੇ ਵਿੱਚ, ਜਾਂ ਸਿੱਖ ਪੰਥਕ ਐਂਗਲ ਤੋਂ ਗੱਲ ਕਰੀਏ ਤਾਂ ਸਿੱਖਾਂ ਦੇ ਵਿੱਚ ਕਿਤੇ ਵੀ ਕਲੈਰਿਟੀ ਨਹੀਂ ਹੈ। ਜਿਹੜੇ ਕਿ ਸਵਾਲ ਆਮ ਲੋਕਾਂ ਦੇ ਮਨਾਂ ਦੇ ਵਿੱਚ ਪਏ ਆ, ਔਰ ਉਹਨਾਂ ਸਵਾਲਾਂ ਤੇ ਲੋਕ ਜ਼ਿਆਦਾ ਗੈਰ ਗੰਭੀਰ ਚਰਚਾ ਨਾ ਕਰ ਸਕਣ, ਇਹਦੇ ਲਈ ਵਾਰੋ-ਵਾਰੀ ਬਣ ਕੇ ਕਦੀ ਇੱਕ ਅਕਾਲੀ ਦਲ, ਕਦੀ ਦੂਸਰਾ ਅਕਾਲੀ ਦਲ, ਕਦੀ ਤੀਸਰਾ ਅਕਾਲੀ ਦਲ, ਵਿੱਚੇ ਹੀ ਐਸਜੀਪੀਸੀ ਔਰ ਵਿੱਚੇ ਹੀ ਅਕਾਲ ਤਖਤ ਸਾਹਿਬ ਤੋਂ ਵੀ ਇੱਦਾਂ ਦੇ ਫਰਮਾਨ ਆਉਂਦੇ ਨੇ, ਜਿੱਥੇ ਸਿਰਫ ਔਰ ਸਿਰਫ ਪੰਥਕ ਸਿਆਸਤ ਬੰਦੀ ਸਿੰਘਾਂ ਦੇ ਮੁੱਦੇ ਤੇ ਖੇਡੀ ਜਾਂਦੀ ਹੈ। ਅਲੱਗ-ਅਲੱਗ ਅਕਾਲੀ ਦਲਾਂ ਵੱਲੋਂ ਕੋਈ ਵੀ ਇੱਦਾਂ ਦੀ ਇਮਾਨਦਾਰ ਕੋਸ਼ਿਸ਼ ਨਜ਼ਰ ਨਹੀਂ ਆਈ, ਜਿਹਦੇ ਵਿੱਚ ਉਹਨਾਂ ਨੇ ਉਹ ਵਿਕਟਿਮ ਪਰਿਵਾਰਾਂ, ਜਿਨ੍ਹਾਂ ਪਰਿਵਾਰਾਂ ਦੇ ਜੀਆਂ ਦੀ ਜਾਨ ਗਈ ਆ, ਉਸ ਦੌਰ ਦੇ ਵਿੱਚ ਜਿਹੜੇ ਇਨੋਸੈਂਟ ਮਰਡਰਸ ਹੋਏ ਆ, ਹੋ ਸਕਦਾ ਉਹ ਮਰਡਰਰਸ ਜਿਨ੍ਹਾਂ ਨੂੰ ਮਾਰਿਆ ਗਿਆ ਹੋਵੇ ਉਹਨਾਂ ਦਾ ਕੋਈ ਕਸੂਰ ਵੀ ਹੋਵੇ, ਪਰ ਉਹਨਾਂ ਦੇ ਪਰਿਵਾਰਾਂ ਤੱਕ ਕੋਈ ਵੀ ਅਪਰੋਚ ਕਰਕੇ ਕੋਈ ਰੀਕਨਸੀਲੀਏਸ਼ਨ ਜਾਂ ਕੋਈ ਉਹਨਾਂ ਦਾ ਕੌਨਫੀਡੈਂਸ ਜਿੱਤਣ ਦੀਆਂ ਕੋਸ਼ਿਸ਼ਾਂ ਨਹੀਂ ਆ। ਪਿਓਰ ਐਂਡ ਪਿਓਰ ਪੋਲਿਟਿਕਸ ਜਿਹੜੀ ਉਹ ਖੇਲੀ ਜਾ ਰਹੀ ਹੈ, ਔਰ ਸਿੱਖ ਸੰਗਤ, ਜਿਹੜਾ ਸਿੱਖ ਐਜ਼ ਏ ਪੰਥ ਹੈ, ਉਹ ਸਿਰਫ ਔਰ ਸਿਰਫ ਮੂਕ ਦਰਸ਼ਕ ਬਣ ਕੇ ਉਹਨਾਂ ਨੂੰ ਓਬਜ਼ਰਵ ਕਰੀ ਜਾ ਰਹੇ ਨੇ, ਉਹਨਾਂ ਦੇ ਗਾਣੇ ਸੁਣੀ ਜਾ ਰਹੇ ਨੇ, ਜਾਂ ਉਹਨਾਂ ਦੀਆਂ ਕਾਲਾਂ ਦੇ ਉੱਥੇ ਪਹੁੰਚ ਜਾਂਦੇ ਨੇ, ਬਟ ਇਹਦੇ ਵਿੱਚ ਕਿਤੇ ਵੀ ਕੋਈ ਇਮਾਨਦਾਰ ਅਪਰੋਚ ਨਹੀਂ ਹੈ। ਇੱਥੇ ਆਪਾਂ ਐਗਜ਼ਾਮਪਲ ਏਜੀ ਪ੍ਰਾਰੀਵਲਨ ਦੀ ਲੈ ਸਕਦੇ ਹਾਂ, ਜਿਹੜੇ ਤਾਮਿਲਨਾਡੂ ਤੋਂ ਲਿਟੇ ਗਰੁੱਪ ਦੇ ਨਾਲ ਐਸੋਸੀਏਟਡ ਸੀਗੇ, ਔਰ ਉਹਨਾਂ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਦੇ ਵਿੱਚ ਉਹਨਾਂ ਨੂੰ ਮੇਨ ਸਾਜ਼ਿਸ਼ ਕਰਤਾ, ਜਾਂ ਉਹਨਾਂ ਤੇ ਕਾਫੀ ਗੰਭੀਰ ਆਰੋਪ ਸੀਗੇ। ਉਹਨਾਂ ਦੀ ਸਜ਼ਾ 31 ਸਾਲਾਂ ਬਾਅਦ ਮਾਫ ਹੋਈ। ਉਸ ਕੇਸ ਦੇ ਵਿੱਚ ਖੈਰ ਮਰਸੀ ਪਟੀਸ਼ਨ ਪਾਈ ਗਈ ਸੀ, ਇਸ ਕਰਕੇ ਵੀ ਉਹ ਇੱਕ ਸੁਪਰੀਮ ਕੋਰਟ ਤੱਕ ਉਹ ਮਰਸੀ ਪਟੀਸ਼ਨ ਪਹੁੰਚਦੀ ਹੈ, ਤਾਂ ਉੱਥੇ ਜਾ ਕੇ ਫੈਸਲਾ ਹੁੰਦਾ। ਪਲੱਸ ਇਹਦੇ ਵਿੱਚ ਇੱਕ ਜੋ ਚੀਜ਼ ਇੱਥੇ ਆਪਾਂ ਨੂੰ ਦੇਖਣੀ ਚਾਹੀਦੀ ਉਹ ਹੈਗੀ ਹੈ ਕਿ ਤਾਮਿਲਨਾਡੂ ਸਰਕਾਰ ਵੱਲੋਂ ਵੀ ਉਹਦੀ ਸਜ਼ਾ ਨੂੰ ਖਤਮ ਕਰਨ ਦੇ ਲਈ, ਉਹਦੇ ਰਿਹਾਈ ਦੇ ਲਈ ਮੰਗ ਰੱਖੀ ਗਈ ਸੀ, ਜ਼ੋਰਦਾਰ ਮੰਗ ਆਪਣੇ ਰਾਜਪਾਲ ਦੇ ਕੋਲ ਰੱਖੀ ਗਈ ਸੀ। ਔਰ ਉਸ ਰਾਜਪਾਲ ਨੂੰ ਸੁਪਰੀਮ ਕੋਰਟ ਤੋਂ ਬਾਅਦ ਵਿੱਚ ਰਾਜਪਾਲ ਨੇ ਜਿਵੇਂ ਫੈਸਲਾ ਰੋਕ ਲਿਆ ਸੀ, ਕਾਫੀ ਸਾਲ ਉਹਦੇ ਤੇ ਉਸ ਮਸਲੇ ਨੂੰ ਲਟਕਾਈ ਰੱਖਿਆ, ਔਰ ਬਾਅਦ ਵਿੱਚ ਉਹ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਸੀ। ਇਸ ਤੇ ਵੀ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਪ੍ਰਾਰੀਵਲਨ ਨੂੰ ਰਿਹਾਈ ਕੀਤੀ ਸੀ, ਤਾਂ ਉਸ ਟਾਈਮ ਵੀ ਸੁਪਰੀਮ ਕੋਰਟ ਨੇ ਰਾਜਪਾਲ ਦੇ ਉਸ ਫੈਸਲੇ ਨੂੰ, ਕਿ ਉਹਨੇ ਜਿਹੜੀ ਰਿਹਾਈ ਦੀ ਮੰਗ ਦੀ ਜਿਹੜੀ ਫਾਈਲ ਸਰਕਾਰ ਵੱਲੋਂ ਭੇਜੀ ਸੀ, ਉਹਨੂੰ ਸੈਂਟਰ 'ਚ ਭੇਜਣ ਨੂੰ ਗਲਤ ਠਹਿਰਾਇਆ ਸੀ। ਸੋ ਉਹਨਾਂ ਨੇ ਸਿੱਧਾ ਕਿਹਾ ਸੀ ਕਿ ਇਹ ਸਟੇਟ ਦਾ ਇਸ਼ੂ ਹੈ, ਸਟੇਟ ਕੈਦੀਆਂ ਨੂੰ ਰਿਹਾ ਕਰ ਸਕਦਾ ਹੈ। ਸੋ ਇੱਥੇ ਇਹ ਐਗਜ਼ਾਮਪਲ ਖੈਰ ਮਰਸੀ ਪਟੀਸ਼ਨ ਵਾਲੀ ਸੀ, ਔਰ ਆਪਣੇ ਬੰਦੀ ਸਿੰਘਾਂ ਵੱਲੋਂ ਫਿਲਹਾਲ ਕਿਸੇ ਵੱਲੋਂ ਕੋਈ ਵੀ ਮਰਸੀ ਪਟੀਸ਼ਨ ਜਿਹੜੀ ਆ ਉਹ ਕਦੀ ਫਾਈਲ ਨਹੀਂ ਕੀਤੀ ਗਈ ਹੈਗੀ, ਬਟ ਇਹਦੇ ਵਿੱਚ ਸਟੇਟ ਦਾ ਵੀ ਯੋਗਦਾਨ ਸੀ ਕਿ ਸਟੇਟ ਵੱਲੋਂ ਵੀ
ਇੱਕ ਬਹੁਤ ਸਟਰੋਂਗ ਪੱਤਰ ਜਿਹੜੇ ਨੇ ਮੰਗਾਂ ਜਿਹੜੀਆਂ ਸੀ ਉਹ ਫਾਈਲ ਜਿਹੜੀ ਸੀ ਰਾਜਪਾਲ ਕੋ ਭੇਜੀ ਗਈ ਸੀ ਔਰ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਇਹ ਸਟੇਟ ਦਾ ਮਸਲਾ ਹੈ। ਅਕਾਲੀ ਦਲ ਵੀ ਆਪਣੀਆਂ ਮੰਗਾਂ ਜਿਹੜੀਆਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਬੰਦੀ ਸਿੰਘ ਹੈਗੇ ਆ ਉਹਨਾਂ ਦੀਆਂ ਸਰਕਾਰਾਂ ਤੱਕ ਪਹੁੰਚ ਕਰ ਸਕਦਾ। ਐਦਾਂ ਨਹੀਂ ਕਿ ਇੱਕ ਅਕਾਲੀ ਦਲ ਨੇ ਉਸ ਜਗ੍ਹਾ ਤੇ ਧਰਨਾ ਪ੍ਰਦਰਸ਼ਨ ਕਰ ਲਿਆ ਤਾਂ ਹੁਣ ਦੂਜਾ ਅਕਾਲੀ ਦਲ ਵੀ ਉਸ ਭੇਡ ਚਾਲ ਦੇ ਵਿੱਚ ਆ ਕੇ ਪ੍ਰਦਰਸ਼ਨ ਕਰੇ। ਇਹ ਸਿੰਬੋਲਿਕ ਪ੍ਰਦਰਸ਼ਨ ਨੇ, ਇਹਦੇ ਨਾਲ ਕੋਈ ਵੀ ਲੌਜੀਕਲ ਐਂਡ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਨਹੀਂ ਪਹੁੰਚ ਸਕਦਾ। ਅਗਲੀ ਗੱਲ ਇਹਦੇ ਵਿੱਚ ਇਹ ਕਰਨੀ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਆਪਣੀਆਂ ਜਿੰਨੀਆਂ ਵੀ ਅਕਾਲੀ ਦਲ ਨੇ ਇਹਨਾਂ ਦੇ ਦੋਹਰੇ ਰਵੱਈਏ ਰਹੇ ਨੇ, ਇਹਨਾਂ ਦੇ ਡਿਊਅਲ ਕਰੈਕਟਰ ਰਹੇ ਨੇ, ਡਿਊਅਲ ਪਰਸਨੈਲਿਟੀਜ਼ ਰਹੀਆਂ ਨੇ। ਅਗਰ ਆਪਾਂ ਆਪਣੇ ਕੋਲ 3 ਅਕਾਲੀ ਦਲ ਨੇ ਮੋਟੇ ਤੌਰ ਤੇ ਅਗਰ ਆਪਾਂ ਦੇਖੀਏ ਤਾਂ ਅਕਾਲੀ ਦਲ ਢੀਂਡਸਾ ਹੋ ਗਈ ਜਿਹੜੇ ਬੀਜੇਪੀ ਦੀ ਸਪੋਰਟ ਦੇ ਵਿੱਚ ਨੇ, ਇੱਕ ਹੋ ਗਈ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਔਰ ਇੱਕ ਹੋ ਗਈ ਅਕਾਲੀ ਦਲ ਬਾਦਲ। ਹੁਣ ਅਗਰ ਆਪਾਂ ਇਹਨਾਂ ਤਿੰਨਾਂ ਅਕਾਲੀ ਦਲ ਨੂੰ ਦੇਖ ਲਈਏ ਤਾਂ ਇਹਨਾਂ ਦਾ ਕੋਈ ਵੀ ਸਟੈਂਡ ਜਿਹੜਾ ਪੱਕੇ ਤੌਰ ਤੇ ਕਿਤੇ ਕਲੈਰਿਟੀ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਨਹੀਂ ਹੈ। ਇਹਨਾਂ ਦਾ ਸਟੈਂਡ ਮੌਕੇ ਦੇ ਹਿਸਾਬ ਦੇ ਨਾਲ, ਸਮੇਂ ਦੇ ਹਿਸਾਬ ਨਾਲ, ਵੋਟਾਂ ਦੇ ਹਿਸਾਬ ਨਾਲ, ਕਿੰਨੀਆਂ ਸੀਟਾਂ ਜਿੱਤੀਆਂ ਨੇ, ਕਿੰਨਾ ਵੋਟ ਸ਼ੇਅਰ ਆਇਆ, ਇਹਦੇ ਹਿਸਾਬ ਦੇ ਨਾਲ ਬਦਲਦਾ ਰਹਿੰਦਾ ਹੈ। ਇਹਦੇ ਵਿੱਚ ਐਸਜੀਪੀਸੀ ਔਰ ਅਕਾਲ ਤਖਤ ਦੀ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਅਗਰ ਅਕਾਲੀ ਦਲ ਢੀਂਡਸਾ ਨੂੰ ਆਪਾਂ ਦੇਖ ਲਈਏ ਤਾਂ ਉਹਨਾਂ ਵੱਲੋਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਲਿਸਟ ਜਿਹੜੀ ਸੀਗੀ ਉਹ ਬੀਜੇਪੀ ਅਮਿਤ ਸ਼ਾਹ ਨੂੰ, ਹੋਮ ਮਿਨਿਸਟਰ ਨੂੰ ਦਿੱਤੀ ਗਈ ਸੀ, ਉਹਦੇ ਵਿੱਚ 20 ਕੈਦੀਆਂ ਦੇ ਨਾਮ ਆਏ ਸੀ। ਉਹ 20 ਕੈਦੀਆਂ ਦੇ ਵਿੱਚ 2018-19 ਵਾਲੇ ਕੇਸ ਵਾਲੇ ਜਿਹੜੇ ਸੀਗੇ ਸੈਡੀਸ਼ਨ ਚਾਰजेस ਲੱਗ ਕੇ ਜਿਨ੍ਹਾਂ ਤੇ ਨਵਾਂ ਸ਼ਹਿਰ ਦੇ ਵਿੱਚ ਉਮਰ ਕੈਦ ਹੋਈ ਆ ਉਹਨਾਂ ਦਾ ਵੀ ਨਾਮ ਸੀ। ਸੋ ਇੱਥੇ ਆ ਕੇ ਅਗੇਨ ਸਭ ਨੂੰ ਮਿਕਸ ਕਰ ਦਿੱਤਾ ਗਿਆ। ਉਹ 80ਵੇਂ 90ਵਿਆਂ ਦੇ ਸਟਰਗਲ ਵਾਲੇ ਜਿਹੜੇ ਬੰਦੀ ਸਿੰਘ ਸੀ ਪਲੱਸ ਨਾਲ ਹੀ ਜਿਹੜੇ ਲੇਟਲੀ ਹੈਪਨਿੰਗਸ ਹੋਈਆਂ ਉਹਨਾਂ ਨੂੰ ਵੀ। ਅਕਾਲੀ ਦਲ ਅੰਮ੍ਰਿਤਸਰ ਦੀ ਅਗਰ ਆਪਾਂ ਗੱਲ ਕਰ ਲਈਏ ਸਿਮਰਨਜੀਤ ਸਿੰਘ ਮਾਨ ਦੀ, ਤਾਂ ਸਿਮਰਨਜੀਤ ਸਿੰਘ ਮਾਨ ਜੀ ਜਿੰਨੀ ਦੇਰ ਤੱਕ ਪੋਲੀਟੀਕਲੀ ਉਹ ਐਮਪੀ ਹੁਣੇ ਲੇਟਲੀ ਬਣੇ ਨੇ, ਉਸ ਤੋਂ ਪਹਿਲਾਂ ਉਹਨਾਂ ਦੀ ਕੋਈ ਖਾਸ ਗੱਲਬਾਤ, ਕੋਈ ਖਾਸ ਧਰਨੇ ਪ੍ਰਦਰਸ਼ਨ ਜਾਂ ਕੋਈ ਐਦਾਂ ਦੀ ਐਕਟੀਵਿਟੀ ਉਹਨਾਂ ਵੱਲੋਂ ਨਜ਼ਰ ਨਹੀਂ ਆਈ। ਉਹ ਸਿਰਫ ਔਰ ਸਿਰਫ ਜਿਹੜੀ ਇੱਕ ਯੂਥ ਤੋਂ ਜਿਹੜੀ ਉਹਨਾਂ ਨੂੰ ਸਿੰਪਥੀ ਮਿਲਣੀ ਸੀ ਜਾਂ ਯੂਥ ਦੇ ਵਿੱਚ ਹੀ ਉੱਥੋਂ ਤੱਕ ਹੀ ਆਪਣਾ ਸੀਮਿਤ ਰਹੇ ਨੇ ਘਰ ਬਹਿ ਕੇ, ਪਰ ਉਹਨਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਤੇ ਕਿਤੇ ਵੀ ਕੋਈ ਸੁਹਿਰਦਤਾ ਦੇ ਨਾਲ ਐਕਸ਼ਨ ਨਹੀਂ ਲਿਆ। ਸਿਮਰਨਜੀਤ ਸਿੰਘ ਮਾਨ ਉਸ ਕਮੇਟੀ ਦੀ ਮੀਟਿੰਗ 'ਚ ਵੀ ਸ਼ਾਮਿਲ ਹੁੰਦੇ ਨੇ ਜਿਹੜੀ ਐਸਜੀਪੀਸੀ ਦੇ ਆਰਡਰਸ ਦੇ ਉੱਤੇ ਤੇਜਾ ਸਿੰਘ ਸਤੰਤਰੀ ਹਾਲ ਦੇ ਵਿੱਚ ਬੁਲਾਈ ਗਈ ਸੀ, ਹੁਣ ਤੋਂ ਅੱਜ ਤੋਂ ਮੇਬੀ 3 ਮਹੀਨੇ ਪਹਿਲਾਂ। ਉਹਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ ਔਰ ਉਹਦੇ ਵਿੱਚ ਆਪਣੀ ਇਸ ਉਲਟਾ ਬੰਦੀ ਸਿੰਘਾਂ ਦੇ ਮੁੱਦੇ ਨੂੰ ਡਾਇਵਰਟ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ, ਜਿੱਥੇ ਉਹ 1946 ਦੇ ਵਿੱਚ ਪਾਸ ਕੀਤੇ ਹੋਏ ਐਸਜੀਪੀਸੀ ਦੇ ਮਤੇ ਨੂੰ, ਜਿਹੜਾ ਉਹ ਖਾਲਿਸਤਾਨ ਦੇ ਨਾਲ ਸਿੱਖ ਹੋਮਲੈਂਡ ਨਾਲ ਐਸੋਸੀਏਟਡ ਸੀ, ਉਸ ਮਤੇ ਨੂੰ ਵੀ ਉਹ ਅੱਖ ਮਾਰ ਕੇ ਇੱਕ ਵਿੰਕਿੰਗ ਕਨਸਪਾਇਰੇਸੀ ਉਸ ਪ੍ਰੋਪਾਗੈਂਡਾ ਦੇ ਨਾਲ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰਦੇ ਆ। ਉਸ ਮੂਵਮੈਂਟ ਨੂੰ, ਉਸ ਜਿਹੜੀ ਬਹੁਤ ਸੀਰੀਅਸ ਮੀਟਿੰਗ ਹੋਣੀ ਚਾਹੀਦੀ ਸੀ, ਉਹਨੂੰ ਇੱਕ ਹਾਸੇ ਮਜ਼ਾਕ ਦੇ ਵਿੱਚ ਔਰ ਆਪਣੇ ਅਲਟੀਰੀਅਰ ਮੋਟਿਵ ਨੂੰ ਪੂਰਾ ਕਰਨ ਦੇ ਲਈ ਹੀ ਉੱਥੇ ਉਸ ਮੁੱਦੇ ਨੂੰ ਸਾਰੇ ਨੂੰ ਡਾਇਵਰਟ ਕਰ ਦਿੰਦੇ ਆ। ਉੱਥੇ ਉਸ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਉਹ ਸਾਰਿਆਂ ਦੀ ਮਿਲ ਕੇ ਕਮੇਟੀ ਬਣੀ ਸੀ, ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਾਂਦੇ ਆ, ਪਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਵੀ ਜਿਹੜੇ ਕੈਂਡੀਡੇਟ ਸੀ ਭੈਣ ਕਮਲਦੀਪ ਕੌਰ, ਉਹਨਾਂ ਦੇ ਖਿਲਾਫ ਫਿਰ ਉਹ ਇਲੈਕਸ਼ਨ ਲੜਦੇ ਆ ਤੇ ਸਿਮਰਨਜੀਤ ਸਿੰਘ ਮਾਨ ਟੌਪ ਤੋਂ ਉੱਪਰ ਤੇ ਰਹਿੰਦੇ ਆ ਔਰ ਅਕਾਲੀ ਦਲ ਬਾਦਲ ਜਿਹੜੀ ਆ ਹੇਠਾਂ ਤੋਂ ਉੱਪਰ ਤੇ ਰਹਿੰਦੀ ਆ। ਸੋ ਬੇਸਿਕਲੀ ਸੰਗਰੂਰ ਦੀਆਂ ਜਿਮਨੀ ਚੋਣਾਂ ਜਿਹੜੀਆਂ ਲੜੀਆਂ ਗਈਆਂ ਸੀ ਉਹ ਬੰਦੀ ਸਿੰਘਾਂ ਦੇ ਮੁੱਦੇ ਤੇ ਹੀ ਅਕਾਲੀ ਦਲ ਵਰਸਸ ਅਕਾਲੀ ਦਲ ਸੀ। ਸੋ ਉੱਥੇ ਵੀ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਮੁੱਦੇ ਨੂੰ ਡਾਇਵਰਟ ਹੀ ਕਰਨ ਦੀ ਕੋਸ਼ਿਸ਼ ਸੀ ਵੀ ਹੀ ਵਾਸ ਟੋਟਲੀ ਨਾਨ ਸੀਰੀਅਸ ਅਬਾਊਟ ਬੰਦੀ ਸਿੰਘਾਂ ਦੀ ਰਿਹਾਈ ਬਾਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਤਾਂ ਉਹ 2007 ਤੋਂ 17 ਤੱਕ ਸੱਤਾ 'ਚ ਰਹੇ ਨੇ। ਉਹਨਾਂ ਵੱਲੋਂ ਕੋਈ ਵੀ ਇੱਦਾਂ ਦੀ ਐਫਰਟ ਜਿਹੜੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਤੇ ਵੀ ਨਹੀਂ ਮਿਲੀ। ਅੱਜ ਵੀ ਸੱਤਾ ਤੋਂ ਬਾਹਰ ਹੋਣ ਕਰਕੇ ਜਾਂ ਉਹਨਾਂ ਦਾ ਜਿਹੜਾ ਪੋਲੀਟੀਕਲ ਸਟਾਂਸ ਆ ਬਹੁਤ ਕਮਜ਼ੋਰ ਹੋ ਚੁੱਕਾ, ਇਸ ਕਰਕੇ ਹੀ ਇੱਦਾਂ ਦੇ ਰੈਡੀਕਲ ਇਸ਼ੂਜ਼ ਔਰ ਇੱਦਾਂ ਦੇ ਐਕਸਟ੍ਰੀਮ ਇਸ਼ੂਜ਼ ਜੋ ਸਿੱਖ ਇਤਿਹਾਸ ਦੇ ਆ ਉਹਨਾਂ ਨੂੰ ਲੱਭ ਕੇ ਲਿਆਂਦਾ ਜਾ ਰਿਹਾ ਔਰ ਇਹਦੇ ਵਿੱਚ ਐਸਜੀਪੀਸੀ ਵੀ ਇਹਨਾਂ ਦੇ ਸਾਥ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ। ਬੜਾ ਯਾਦਗਾਰੀ ਗਾਣਾ ਗਾਇਆ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਲੀ ਦੇ ਵਿੱਚ ਜਾ ਕੇ। ਉਸ ਦਿੱਲੀ ਦੇ ਵਿੱਚ ਵੀ ਅਗਰ ਆਪਾਂ ਦੇਖੀਏ ਤਾਂ ਜਿਹੜਾ ਇਕੱਠ ਹੋਇਆ ਸੀ ਉਹਨਾਂ ਨੂੰ ਬੱਸਾਂ 'ਚ ਭਰ ਕੇ ਲਿਆਂਦਾ ਗਿਆ ਸੀ, ਉਹ ਵੀ ਉਹਨਾਂ ਦੇ ਵਰਕਰ ਇੰਪਲੋਈ ਸੀ, ਉਹਦੇ ਵਿੱਚ ਆਮ ਜਨਤਾ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਦਿੱਲੀ ਵਾਲਿਆਂ ਨੂੰ ਕੀਤਾ ਜਾ ਸਕਦਾ ਸੀ, ਪੰਜਾਬ ਦੇ ਬਹੁਤ ਲੋਕ ਨੇ ਜਿਹੜੇ ਕੇਅਰਸ ਅਬਾਊਟ ਬੰਦੀ ਸਿੰਘਸ, ਉਹਨਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਸੀ, ਪਰ ਇਸ ਮੂਵਮੈਂਟ ਨੂੰ ਸਿਰਫ ਆਪਣਾ ਇੱਕ ਪੋਲੀਟੀਕਲ ਏਜੰਡੇ ਤੱਕ ਹੀ ਸੀਮਿਤ ਕਰਕੇ ਇੱਕ ਸਿੰਬੋਲਿਕ ਜਿਹਾ ਪ੍ਰੋਟੈਸਟ ਪੰਥਕ ਵੋਟਰਾਂ ਦੇ ਮਨਾਂ ਤੱਕ ਪਹੁੰਚ ਕਰਨ ਦੇ ਲਈ ਕੀਤਾ ਗਿਆ। ਕੋਈ ਵੀ ਪੱਤਰਕਾਰ ਜੇਕਰ ਅੱਜ ਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਵਾਲ ਪੁੱਛ ਲੈਣਾ ਕਿ ਕੀ ਉਹ ਸਪੋਰਟ ਕਰਦੇ ਨੇ ਉਹਨਾਂ ਬੰਦੀ ਸਿੰਘਾਂ ਨੂੰ ਜਾਂ ਉਹ ਸਿੱਖ ਮਿਲੀਟੈਂਟਸ ਨੂੰ ਜਿਨ੍ਹਾਂ ਨੇ 80ਵੇਂ 90ਵੇਂ ਦੇ ਦੌਰ ਦੇ ਵਿੱਚ ਉਹ ਵਾਇਲੈਂਟ ਘਟਨਾਵਾਂ ਕੀਤੀਆਂ ਜਿਹਦੇ ਵਿੱਚ ਇਨੋਸੈਂਟ ਲੋਕਾਂ ਦੀਆਂ ਜਾਨਾਂ ਗਈਆਂ, ਤਾਂ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਬਾਦਲ ਦੇ ਵੱਲੋਂ
ਉਹ ਸਪੋਰਟ ਨਿਕਲ ਕੇ ਆ ਸਕੇਗੀ ਜਾਂ ਉਹਨਾਂ ਦਾ ਉਹ ਜਿਹੜਾ ਕਲੀਅਰ ਸਟੈਂਡ ਆ ਉਹ ਆਪਾਂ ਨੂੰ ਪਤਾ ਲੱਗ ਸਕੇਗਾ। ਇਹ ਡੂਅਲ ਕਰੈਕਟਰ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵੀ, ਜਿਹੜੇ ਇੰਨੀ ਦੇਰ ਸੱਤਾ 'ਚ ਰਹੇ ਔਰ ਪੁਲਿਸ ਵਾਲਿਆਂ ਨੂੰ, ਜਿਨ੍ਹਾਂ ਪੁਲਿਸ ਵਾਲਿਆਂ ਦੀਆਂ ਐਟਰੋਸਿਟੀਜ਼ ਇਸੇ ਦੌਰ ਦੇ ਵਿੱਚ ਸਿੱਖ ਲੋਕਾਂ ਦੇ ਉੱਤੇ ਹੋਈਆਂ, ਫੇਕ ਇਨਕਾਊਂਟਰ ਹੋਏ, ਉਹਨਾਂ ਨੂੰ ਚੋਰੀ ਛੁਪੇ ਰਿਹਾਈ ਦੇ ਦਿੱਤੀ ਗਈ, ਉਹਨਾਂ ਨੂੰ ਵੱਡੀਆਂ ਪੋਸਟਾਂ ਦੇ ਦਿੱਤੀਆਂ ਗਈਆਂ। ਆਇਰੋਨਿਕਲੀ ਉਹੀ ਅਕਾਲੀ ਦਲ ਅੱਜ ਬੰਦੀ ਸਿੰਘਾਂ ਦੇ ਸੰਘਰਸ਼ ਦੇ ਲਈ ਲੜਾਈ ਕਰ ਰਿਹਾ। ਸੋ ਇੱਥੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਤਿੰਨੋਂ ਅਕਾਲੀ ਦਲ ਜਿਹੜੀਆਂ ਨੇ ਸਿਰਫ ਔਰ ਸਿਰਫ ਆਪਣੀ ਵੋਟ ਬੈਂਕ ਨੂੰ, ਪੰਥਕ ਵੋਟ ਬੈਂਕ ਨੂੰ ਵੰਡਣ ਦੇ ਲਈ ਔਰ ਆਪਣੇ ਵੱਲ ਕਰਨ ਦੇ ਲਈ ਬੰਦੀ ਸਿੰਘਾਂ ਦੇ ਮੁੱਦੇ ਨੂੰ ਸਿਰਫ ਔਰ ਸਿਰਫ ਇੱਕ ਸਿਆਸੀ ਗਿਮਿਕ ਦੇ ਤੌਰ ਤੇ ਵਰਤ ਰਿਹਾ ਹੈ। ਇਸ ਤੋਂ ਉੱਪਰ ਉਹਨਾਂ ਦੀ ਕੋਈ ਇਮਾਨਦਾਰ ਐਫਰਟ ਜਾਂ ਉਹਨਾਂ ਦੀ ਸੁਹਿਰਦਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ ਹੈ। ਅਗਰ ਆਪਾਂ ਇੱਥੇ ਇੱਕ ਹੋਰ ਐਂਗਲ ਆਪਣੇ ਲਈ ਦੇਖਣਾ ਬਹੁਤ ਜ਼ਰੂਰੀ ਹੈ, ਉਹ ਹੈਗਾ ਤਿੰਨ ਕੋਣਾ ਐਂਗਲ, ਜਿਹੜਾ 3 ਐਂਗਲਸ ਤੋਂ ਇੱਕ ਪਾਸੇ ਅਕਾਲੀ ਦਲ ਹੈ, ਇੱਕ ਪਾਸੇ SGPC ਔਰ ਇੱਕ ਪਾਸੇ ਅਕਾਲ ਤਖਤ ਸਾਹਿਬ ਨੇ। ਅਕਾਲ ਤਖਤ ਸਾਹਿਬ ਦੇ ਲਈ ਕੁਝ ਵੀ ਮਾੜਾ ਬੋਲਣ ਦੀ ਜਾਂ ਕੁਝ ਉਹਨਾਂ ਨੂੰ ਨਿੰਦਣ ਦੀ ਤਾਂ ਮੇਰੀ ਕੈਪੈਸਿਟੀ ਨਹੀਂ ਹੈਗੀ, ਪਰ ਇੱਥੇ ਮੈਂ ਇਸ ਐਂਗਲ ਨੂੰ ਸਥਾਪਿਤ ਕਰਨਾ ਚਾਹੁੰਦੀ ਹਾਂ ਕਿ ਇਹ ਤਿੰਨੋਂ ਹੀ ਕੋਣ ਜਿਹੜੇ ਨੇ ਇਹ ਆਪਸ ਦੇ ਵਿੱਚ ਮਿਲ ਕੇ ਇੱਕ ਦੂਜੇ ਲਈ ਕੰਮ ਕਰਦੇ ਨੇ। ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਹੁੰਦੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੀ ਆਪਾਂ ਦੇਖਿਆ SGPC ਨੂੰ ਵੀ ਗਾਈਡ ਕਰਦੀ ਹੈ ਤੇ ਅਕਾਲ ਤਖਤ ਸਾਹਿਬ ਨੂੰ ਵੀ। ਔਰ ਜਦੋਂ ਅੱਜ ਸ਼੍ਰੋਮਣੀ ਅਕਾਲੀ ਦਲ ਇੱਥੋਂ ਸੱਤਾ ਚੋਂ ਬਾਹਰ ਹੈ, ਉਹਨਾਂ ਦਾ ਪੋਲੀਟੀਕਲ ਜਿਹੜਾ ਉਹਨਾਂ ਦੀ ਗਰਾਊਂਡ ਤੇ ਜਿਹੜੀ ਇੱਕ ਪਕੜ ਹੋਣੀ ਚਾਹੀਦੀ ਸੀ ਉਹ ਸਭ ਤੋਂ ਕਮਜ਼ੋਰ ਲੈਵਲ ਤੇ ਆ ਇਸ ਟਾਈਮ ਤੇ। ਤਾਂ ਉਸ ਟਾਈਮ ਆਪਾਂ ਦੇਖ ਰਹੇ ਹਾਂ ਕਿ SGPC ਵੱਲੋਂ ਅਕਾਲ ਤਖਤ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕੰਟਰੋਲ ਕੀਤਾ ਜਾ ਰਿਹਾ। ਸੋ ਇਹ ਤਿੰਨਾਂ ਦੀ ਜਿਹੜੀ ਆਪਸ ਦੇ ਵਿੱਚ ਇਕੁਏਸ਼ਨ ਹੈ, ਇਹ ਇਕੁਏਸ਼ਨ ਵੀ ਪੰਥਕ ਮੁੱਦਿਆਂ ਨੂੰ, ਪੰਥਕ ਇਸ਼ੂਜ਼ ਨੂੰ ਕਮਜ਼ੋਰ ਕਰਦੀ ਹੈ। ਅਗਰ ਆਪਾਂ ਪਿਛਲੇ 6 ਮਹੀਨਿਆਂ ਤੋਂ SGPC ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨਾਂ ਦੇ ਉੱਤੇ ਚੱਲ ਜਾਈਏ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿੰਨਾ ਇੱਕ ਡਰਾਮੈਟਿਕ ਸ਼ਿਫਟ ਜਿਹੜਾ ਆ ਉਹਨਾਂ ਦੇ ਸਟੇਟਮੈਂਟਸ ਦੇ ਵਿੱਚ ਆਇਆ। 6 ਜਾਂ 8 ਮਹੀਨੇ ਪਹਿਲਾਂ ਦਾ ਉਹ ਸਮਾਂ ਸੀ ਜਦੋਂ SGPC ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਈ ਖਾਸ ਸਟੇਟਮੈਂਟਾਂ ਨਹੀਂ ਸੀਗੀਆਂ, ਪਰ ਹੁਣ ਲੇਟਲੀ ਕੀ ਹੋ ਰਿਹਾ ਹੈ ਕਿ ਸਿੱਖ ਯੂਥ ਨੂੰ ਹਥਿਆਰ ਰੱਖਣਾ ਚਾਹੀਦਾ ਹੈ। ਸਿੱਖ ਖਾੜਕੂ ਜਿਹੜੇ ਸੀਗੇ, ਸਿੰਘ ਖਾੜਕੂ ਸੀ ਸਿੱਖ ਸਟਰਗਲ ਵਾਲੇ, ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ, ਭਾਈ ਦਿਲਾਵਰ ਸਿੰਘ ਦੀ ਤਸਵੀਰ ਅਚਾਨਕ ਯਾਦ ਆ ਜਾਂਦੀ ਹੈ ਕਿ ਸਿੱਖ ਅਜਾਇਬ ਘਰ ਚਲਾਉਣੀ ਹੈ, ਸਿੱਖਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਨੇ। ਇਹੋ ਜਿਹੀਆਂ ਸਟੇਟਮੈਂਟਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕਮੇਟੀ ਬਣਾਉਣ ਦਾ ਰੋਜ਼ ਸਾਰੀਆਂ ਐਫਰਟ ਜਿਹੜੀਆਂ SGPC ਔਰ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਜਾਂਦੀਆਂ ਨੇ। ਔਰ ਨਾਲ ਹੀ ਬੰਦੀ ਸਿੰਘਾਂ ਦੇ ਹੁਣ ਜਿਹੜਾ ਉਹਨਾਂ ਨੇ ਲੇਟਲੀ ਕਿਹਾ ਕਿ ਹਰ ਗੁਰਦੁਆਰੇ 'ਚ, ਹਰ ਜਗ੍ਹਾ ਦੇ ਉੱਤੇ ਪੋਸਟਰ ਲਗਾ ਕੇ ਜਿਹੜਾ ਇਹ ਚੀਜ਼ ਇੱਕ ਸਿੰਬੋਲਿਕ ਤੌਰ ਤੇ ਇਹ ਜਿਹੜਾ ਪ੍ਰੋਟੈਸਟ ਆ ਹਰ ਥਾਂ ਤੇ ਕੀਤਾ ਜਾਊਗਾ। ਸੋ ਇਹ ਜਿਹੜਾ ਇੱਕਦਮ ਸ਼ਿਫਟ ਆਇਆ, ਇਹ ਸ਼ਿਫਟ ਕਿੱਥੋਂ ਆਇਆ ਕਿ ਡੇਰਾ ਸੱਚਾ ਸੌਦਾ ਨੂੰ ਮਾਫੀ ਕਰਨੀ, ਬੇਅਦਬੀਆਂ ਤੇ ਚੁੱਪ ਰਹਿਣਾ, ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਸੀ ਉਹਦੇ ਤੇ ਕੋਈ ਖਾਸ ਸਟੇਟਮੈਂਟਸ, ਕੋਈ ਖਾਸ ਸਟੈਂਡ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ, SGPC ਦਾ ਕਿਤੇ ਵੀ ਨਹੀਂ ਹੈ। ਜਿਹੜਾ ਜਸਟਿਸ ਦੇ ਲਈ ਲੜਾਈ, ਬੇਅਦਬੀ ਦੇ ਇਨਸਾਫ ਦੇ ਲਈ ਲੜਾਈ ਔਰ ਜਿਹੜਾ ਗੋਲੀ ਕਾਂਡ ਉਸ ਤੋਂ ਬਾਅਦ ਹੋਇਆ ਉਹਦੇ ਇਨਸਾਫ ਲਈ ਲੜਾਈ ਜੋ ਅਕਾਲ ਤਖਤ ਔਰ SGPC ਦੀ ਜ਼ਿੰਮੇਵਾਰੀ ਬਣਦੀ ਸੀ, ਉਹਦੇ ਲਈ ਕੋਈ ਨਿਰਪੱਖ ਲੜਾਈ ਜਿਹੜੀ ਆ ਉਹ ਇੰਪ੍ਰੈਸਿਵਲੀ ਲੜੀ ਨਹੀਂ ਗਈ ਹੈਗੀ। ਸਿਰਫ ਔਰ ਸਿਰਫ ਉਸ ਗੋਲੀ ਕਾਂਡ ਦੇ ਵਿੱਚ ਮਾਰੇ ਜਾਣ ਵਾਲਿਆਂ ਦੀਆਂ ਤਸਵੀਰਾਂ ਨੂੰ ਵੀ ਸ਼ਹੀਦ ਕਹਿ ਕੇ ਉੱਥੇ ਲਗਾ ਦੇਣਾ ਔਰ ਇੰਨਾ ਸਫੀਸ਼ੀਐਂਟ ਨਹੀਂ ਹੁੰਦਾ। ਸੋ ਜਿਹੜਾ ਉਸ ਤੋਂ ਬਾਅਦ ਜਿਹੜੀ ਡੇਰਾ ਸੱਚਾ ਸੌਦੇ ਨੂੰ ਮਾਫੀ ਮਿਲੀ, ਉਸ ਤੋਂ ਬਾਅਦ ਉਸ ਨੂੰ ਪ੍ਰਮੋਟ ਵੀ ਕੀਤਾ ਗਿਆ, ਅਖਬਾਰਾਂ 'ਚ ਐਡਵਰਟੀਜ਼ਮੈਂਟ ਦੇ ਕੇ ਇਸ ਚੀਜ਼ ਨੂੰ ਲੋਕਾਂ ਅੱਗੇ ਰੱਖਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਦੇ ਵਿੱਚ ਜਿਹੜੀ ਡੇਰੇ ਦੀ ਵੋਟ ਸੀ ਉਹਦੀ ਜ਼ਰੂਰਤ ਸੀ। ਸੋ ਇਹ ਜਿਹੜੀ ਚੀਜ਼ ਤੋਂ ਇੱਕਦਮ ਸਿੱਖ ਰੈਡੀਕਲ ਇਸ਼ੂਜ਼ ਤੇ SGPC ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਆਉਣਾ, ਇਹ ਜਿਹੜਾ ਡਰਾਮੈਟਿਕ ਸ਼ਿਫਟ ਹੈ, ਇਹਦੇ ਵਿੱਚ ਐਂ ਲੱਗਦਾ ਕਿ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵਾਪਸ ਪਾਵਰ ਦੇ ਵਿੱਚ ਲੈ ਕੇ ਆਉਣ ਲਈ ਕੁਝ ਐਫਰਟਸ ਆ ਜਿਹੜੇ SGPC ਕਰ ਰਹੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਜਿੰਨੀਆਂ ਵੀ ਅਕਾਲੀ ਦਲਾਂ ਨੇ ਇਹ ਸਿਰਫ ਔਰ ਸਿਰਫ ਆਪਣੀ ਵੋਟ ਬੈਂਕ ਦੀ ਪੋਲਿਟਿਕਸ ਕਰਨ ਦੇ ਲਈ ਸਾਰੇ ਸਿੱਖ ਡਾਇਸਪੋਰਾ ਨੂੰ, ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਉਹਨਾਂ ਦੇ ਹਾਈਲੀ ਇਮੋਸ਼ਨਲ ਮੈਟਰਸ ਦੇ ਉੱਤੇ ਟੱਚ ਕਰਕੇ, ਹਾਈਲੀ ਸੰਵੇਦਨਸ਼ੀਲ ਮਾਮਲਿਆਂ ਨੂੰ ਟੱਚ ਕਰਕੇ 80ਵੇਂ 90ਵੇਂ ਦਹਾਕਿਆਂ ਦੇ ਉਸ ਸਮੇਂ ਦੇ ਸਿੱਖ ਸਟਰਗਲ ਨੂੰ ਯਾਦ ਕਰਵਾ ਕੇ ਆਪਣੀ ਅੱਜ ਦੀ ਵੋਟ ਬੈਂਕ ਨੂੰ ਜਿਹੜਾ ਉਹ ਚਮਕਾਉਣਾ ਚਾਹੁੰਦੀਆਂ ਨੇ। ਇਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਵੀ ਡਰ ਨਹੀਂ ਹੈਗਾ, ਰਾਦਰ ਇਹ ਇਸ ਚੀਜ਼ ਨੂੰ ਵਰਤਣਾ ਚਾਹੁੰਦੇ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਪੰਥਕ ਇਸ਼ੂਜ਼ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਰੈਡੀਕਲਾਈਜ਼ ਹੋ ਜਾਣ, ਉਹਨਾਂ ਨੂੰ ਬਾਰ-ਬਾਰ ਯਾਦ ਕਰਵਾਇਆ ਜਾਵੇ 80ਵੇਂ 90ਵੇਂ ਦੇ ਦਹਾਕੇ ਦਾ ਦੌਰ, ਔਰ ਤਾਂ ਕਿ ਅਕਾਲੀ ਦਲ ਆਪਣੀ ਸੰਘਰਸ਼ ਦਿਖਾ ਸਕੇ। ਔਰ ਅਕਾਲੀ ਦਲ ਦਾ ਸੰਘਰਸ਼ ਜਿਹੜਾ ਕਿਤੇ ਵੀ
ਉਹਦੇ ਵਿੱਚ ਸੁਹਿਰਦਤਾ ਨਜ਼ਰ ਨਹੀਂ ਆਉਂਦੀ। ਸਿਰਫ ਔਰ ਸਿਰਫ ਇੱਕ ਬਹੁਤ ਸੌੜੀ ਸੋਚ ਦੇ ਵਿੱਚੋਂ, ਸੌੜੀ ਪਾਲਿਸੀ ਮੇਕਿੰਗ ਦੇ ਵਿੱਚੋਂ ਨਿਕਲੇ ਹੋਏ ਇਹ ਸਾਰੀਆਂ ਅਕਾਲੀ ਦਲ ਪਾਰਟੀਆਂ ਦਾ ਸੰਘਰਸ਼ ਹੈਗਾ, ਜਿਹਦੇ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਅਪਰੋਚ ਹੈ, ਜਿਹਦੇ ਵਿੱਚੋਂ ਬਹੁਤ ਗਲਤ ਵਰਤੀ ਜਾ ਰਹੀ ਹੈ। ਇਹਦੇ ਤੋਂ ਆਪਾਂ ਉਮੀਦ ਨਹੀਂ ਲਾ ਸਕਦੇ ਕਿ ਅਕਾਲੀ ਦਲ ਦੇ ਐਵੇਂ ਸੰਘਰਸ਼ ਕਰਨ ਦੇ ਨਾਲ, ਗਾਣੇ ਗਾਉਣ ਦੇ ਨਾਲ ਜਾਂ ਉੱਥੇ ਖੜੇ ਹੋ ਗਏ, ਉੱਥੇ ਖੜੇ ਹੋਣ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਏਗੀ। ਇਹ ਅਪਰੋਚ ਬਿਲਕੁਲ ਗਲਤ ਹੈ। ਇਹ ਸਿਰਫ ਔਰ ਸਿਰਫ ਲੋਕਾਂ ਨੂੰ, ਪੂਰੇ ਸਿੱਖ ਡਾਇਸਪੋਰਾ ਨੂੰ ਦੁਬਾਰਾ ਰੈਡੀਕਲਾਈਜ਼ ਕਰਕੇ ਉਹ ਰੈਡੀਕਲ ਮੂਵਮੈਂਟ ਦੀਆਂ ਯਾਦਾਂ ਤਾਜ਼ੀਆਂ ਕਰਵਾ ਕੇ ਉਹ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਹੈ ਕਿ ਹਜੇ ਵੀ ਜਿਹੜੀ ਸਿੱਖ ਨੇ ਉਹ ਖਤਰੇ 'ਚ ਆ, ਸਿੱਖਾਂ ਦੇ ਰਾਈਟਸ ਖਤਰੇ ਦੇ ਵਿੱਚ ਆ, ਤਾਂ ਕਿ ਅਕਾਲੀ ਦਲਾਂ ਦੀ ਆਪਣੀ ਸਿਆਸਤ ਆ ਜਿਹੜੀ ਉਹ ਚਮਕ ਸਕੇ। ਥੈਂਕ ਯੂ ਸੋ ਮਚ। ਇਹਦੇ ਤੇ ਆਪਣਾ ਫੀਡਬੈਕ ਜ਼ਰੂਰ ਦਿਓ। ਜਿੱਥੇ ਤੁਹਾਨੂੰ ਲੱਗਦਾ ਹੋਇਆ ਕਿ ਇਹਦੇ 'ਚ ਕੁਝ ਹੋਰ ਵੀ ਐਡ ਕਰਨ ਦੀ ਜ਼ਰੂਰਤ ਹੈ ਤਾਂ ਡੂ ਸ਼ੇਅਰ ਇਨ ਦਾ ਕਮੈਂਟ ਬਾਕਸ।